17ਵੀਂ ਪੀੜ੍ਹੀ ਆ ਜੀ ਰਾਏ ਬੁਲਾਰ ਭੱਟੀ ਸਾਹਿਬ ਦੀ 17ਵੀਂ ਪੀੜ੍ਹੀ ਹੈ ਚੋਂ 1500 ਮੁਰੱਬਾ ਜ਼ਮੀਨ ਵਿੱਚੋਂ 750 ਮੁਰੱਬਾ ਜ਼ਮੀਨ ਯਾਨੀ 18,750 ਏਕੜ ਜ਼ਮੀਨ ਜਿਹੜੀ ਸੀ ਉਹ ਬਾਬਾ ਜੀ ਦੇ ਨਾਮ ਕਰ ਦਿੱਤੀ। ਰਾਏ ਬੁਲਾਰ ਸਾਹਿਬ ਨੇ ਬਾਰ-ਬਾਰ ਕਹਿਣਾ ਕਿ ਨਾਨਕ ਆ ਨਾਨਕ ਆ। ਦਾ ਨਾਮ ਜਿਹੜਾ ਸੀ ਉਹ ਨਨਕਾਣਾ ਸਾਹਿਬ ਇਹਦਾ ਬਣ ਗਿਆ ਜੀ। ਰਾਏ ਬੁਲਾਰ ਭੱਟੀ ਦਾ ਨਾਮ ਤੇ ਬਾਬਾ ਗੁਰੂ ਨਾਨਕ ਦਾ ਨਾਮ ਜਿਹੜਾ ਹੈ ਉਹ ਇੰਟਰਲਿੰਕਡ ਹੈ ਔਰ ਉਹ ਹਮੇਸ਼ਾ ਕਾਇਮ ਰਹੇਗਾ। ਮੈਂ ਤੁਹਾਨੂੰ ਇਹ ਕਹਿਣਾ ਜੀ ਪਾਕਿਸਤਾਨ ਬੜਾ ਪੀਸਫੁਲ ਮੁਲਕ ਹੈ, ਤੁਹਾਡੇ ਨਾਲ ਬੜਾ ਪਿਆਰ ਕਰਦਾ ਹੈ। ਖੁੱਲੇ ਹੱਥਾਂ ਦੇ ਦਿਲ ਨਾਲ ਤੁਹਾਡਾ ਵੈਲਕਮ ਕਰਾਂਗੇ। ਆਲਵੇਜ਼ ਯੂ ਆਰ ਆਲਵੇਜ਼ ਵੈਲਕਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਨਨਕਾਣਾ ਸਾਹਿਬ ਦੀ ਧਰਤੀ ਤੇ। ਨਨਕਾਣਾ ਸਾਹਿਬ ਧਰਤੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਆ, ਪਰ ਉਹਦੇ ਨਾਲ ਜਦੋਂ ਗੁਰੂ ਨਾਨਕ ਦੇਵ ਜੀ ਦੀ ਗੱਲ ਚੱਲਦੀ ਹੈ ਤੇ ਰਾਏ ਬੁਲਾਰ ਜੀ ਦੀ ਵੀ ਗੱਲ ਨਾਲ ਚੱਲਦੀ ਹੈ। ਬੇਸ਼ੱਕ ਕਈ ਕਾਰਨਾਂ ਕਰਕੇ ਉਹਨਾਂ ਦਾ ਜ਼ਿਕਰ ਬਹੁਤ ਘੱਟ ਆਉਂਦਾ, ਪਰ ਉਹਨਾਂ ਦੀ ਜਿਹੜੀ ਪੀੜ੍ਹੀ ਦੇ ਵਿੱਚੋਂ ਅੱਜ ਪਰਿਵਾਰ ਨਾਲ ਆਏ ਆ, ਉਹਨਾਂ ਨਾਲ ਗੱਲਬਾਤ ਵੀ ਕਰਦੇ ਆ। ਕਿਵੇਂ ਦੇਖਦੇ ਹੋ ਤੇ ਜਿਹੜੀਆਂ ਸਿੱਖ ਸੰਗਤਾਂ ਆ? ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹੈ ਜੀ ਰਾਏ ਹਾਰੂਨ ਰਸ਼ੀਦ ਭੱਟੀ। ਕਿੰਨਵੀਂ ਪੀੜ੍ਹੀ ਚੋਂ ਰਾਏ ਬੁਲਾਰ? 17ਵੀਂ ਪੀੜ੍ਹੀ ਆ ਜੀ ਰਾਏ ਬੁਲਾਰ ਭੱਟੀ ਸਾਹਿਬ ਦੀ 17ਵੀਂ ਪੀੜ੍ਹੀ ਹੈ ਚੋਂ। ਕੀ ਕਹਿਣਾ ਚਾਹੁੰਦੇ ਹੋ ਸਿੱਖ ਸੰਗਤਾਂ ਜਿਵੇਂ ਪੰਜਾਬ 'ਚ ਜਾਂ ਪੂਰੀ ਦੁਨੀਆ ਭਰ 'ਚੋਂ ਅੱਜ ਵਿਸਾਖੀ ਤੇ ਅਸੀਂ ਪਹੁੰਚੇ? ਤੁਹਾਨੂੰ ਜੀ ਖੈਰ ਆਇਆਂ ਨੂੰ ਕਹਿੰਦੇ ਆ। ਤੁਸੀਂ ਆਪਣੇ ਘਰ ਆਇਓ, ਸਾਡੇ ਲਈ ਖੁਸ਼ੀਆਂ ਲੈ ਕੇ ਆਇਓ, ਵਸਦੇ ਰਹੋ, ਆਂਦੇ ਰਹੋ। ਸਾਨੂੰ ਵੀ ਅਸੀਂ ਖੁਸ਼ ਹੁੰਦੇ ਆ, ਤੁਸੀਂ ਹਮੇਸ਼ਾ ਆਓ। ਸਾਲ ਲਈ 2 ਦਫਾ ਆਉਂਦੇ ਹੋ, ਅਸੀਂ ਚਾਹਾਂਗੇ ਸਾਲ ਲਈ 4 ਦਫਾ ਆਓ। ਆਪਣੇ ਘਰ ਆਉਂਦੇ ਹੋ ਤੁਸੀਂ। ਰਾਏ ਬੁਲਾਰ ਜੀ ਦੀ ਬਹੁਤ ਵੱਡਾ ਯੋਗਦਾਨ ਆ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਦੇ ਵਿੱਚ। ਆਮ ਲੋਕ ਚਰਚਾ ਵੀ ਕਰਦੇ ਆ, ਪਰ ਕੀ ਕਾਰਨ ਆ ਵੀ ਕਈ ਵਾਰੀ ਵੱਖ-ਵੱਖ ਜਗ੍ਹਾ ਤੇ ਲੋਕ ਜਾਂਦੇ ਨੇ ਪਰ ਰਾਏ ਬੁਲਾਰ ਜੀ ਦੀ ਜਗ੍ਹਾ ਤੇ ਬਹੁਤ ਲੋਕ ਘੱਟ ਜਾਂਦੇ ਨੇ। ਕਿੱਥੇ ਕਮੀ ਰਹਿ ਜਾਂਦੀ ਆ ਜਾਂ ਸਰਕਾਰਾਂ ਜੋ ਜਾਣਕਾਰੀ ਨਹੀਂ ਦੇ ਪਾਉਂਦੀਆਂ? ਇਹ ਜੀ ਸਰਕਾਰਾਂ ਦਾ ਇਹ ਮਸਲਾ ਹੈ। ਇੰਡੀਅਨ ਸਰਕਾਰ ਵੀ ਸ਼ਾਇਦ ਉਹਨਾਂ ਨੂੰ ਤਾਂ ਸ਼ਾਇਦ ਪਤਾ ਨਹੀਂ ਹੈ ਕਿ ਨਾ, ਉਹ ਤਾਂ ਸ਼ਾਇਦ ਦੇਵਣ, ਉਹ ਇੰਪੋਰਟੈਂਸ ਦੇਵਣਗੇ ਔਰ ਇਸੇ ਗੱਲੋਂ ਤੁਹਾਡੇ ਚੈਨਲ ਨੂੰ ਮੈਂ ਦੇ ਰਿਹਾ। ਸਾਡੀ ਇੱਥੋਂ ਦੀ ਜਿਹੜੀ ਲੋਕਲ ਸਰਕਾਰਾਂ ਹੁੰਦੀਆਂ ਨੇ ਉਹ ਨਹੀਂ ਚਾਹੁੰਦੀਆਂ ਕਿ ਰਾਏ ਬੁਲਾਰ ਭੱਟੀ ਖਾਨਦਾਨ। ਅਸੀਂ ਜਿਸਲ ਸਾਡੀ ਸਰਕਾਰ ਸਾਡੀ, ਕਿਉਂਕਿ ਮੈਂ ਪੋਲੀਟੀਕਲ ਫੈਮਿਲੀ ਦਾ ਬਿਲੋਂਗ ਕਰਨਾ। ਮੇਰੇ ਵਾਲਿਦ ਰਾਏ ਰਸ਼ੀਦ ਭੱਟੀ ਮੈਂਬਰ ਪਾਰਲੀਮੈਂਟ ਰਹੇ ਨੇ। ਮੇਰੇ ਤਾਇਆ ਰਾਏ ਬਸ਼ੀਰ ਭੱਟੀ ਉਹ ਵੀ ਮੈਂਬਰ ਪਾਰਲੀਮੈਂਟ ਰਹੇ ਨੇ। ਔਰ ਮੇਰਾ ਭਾਈ ਔਰ ਮੇਰਾ ਬੈਨੋਈ ਰਾਏ ਸ਼ਾਹਜਹਾਨ ਭੱਟੀ ਉਹ ਇੱਥੋਂ ਆਪਣਾ MP ਰਹੇ ਨੇ ਪੰਜਾਬ ਵਿੱਚ। ਪੀਪਲਸ ਪਾਰਟੀ ਨਾਲ ਸਾਡਾ ਤਾਲੁਕ ਵਾਸਤਾ ਹੈ। ਅਤੇ ਜਿਸਲ ਸਾਡੀ ਸਰਕਾਰ ਆਉਂਦੀ ਹੈ ਮਰਕਜ਼ ਵਿੱਚ ਜਾਂ ਸੂਬੇ 'ਚ ਅਤੇ ਫਿਰ ਸਾਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ। ਸਾਡਾ ਨਾਤਾ ਜਾਂ ਵਾਸਤਾ ਪੋਲੀਟੀਕਲ ਹੋਣ ਦਾ ਹੈ ਹੀ ਹੈ, ਲੇਕਿਨ ਸਾਡਾ ਜਿਹੜਾ ਨਾਤਾ ਰਾਏ ਬੁਲਾਰ ਨਾਲ ਹੈ ਉਹ ਪਿਆਰ ਧਰਮ ਮੁਹੱਬਤ ਦਾ ਹੈ। ਅਤੇ ਸਾਡੀ ਅਸੀਂ ਬੇਸ਼ੱਕ ਆਪੋਜੀਸ਼ਨ ਵਿੱਚ ਹੋਈਏ, ਅਸੀਂ ਤਾਂ ਸਾਨੂੰ ਪਤਾ ਹੈ ਵੀ ਆਰ ਐਜੂਕੇਟਿਡ ਪੀਪਲ, ਵੀ ਨੋ ਹਾਊ ਟੂ ਫੇਸ ਮੀਡੀਆ ਐਂਡ ਹਾਊ ਟੂ ਟੈਕਲ ਇੰਟਰਨੈਸ਼ਨਲ ਮੀਡੀਆ। ਮੇਰਾ ਆਉਣਾ ਜਾਣਾ ਅਮਰੀਕਾ ਬਰਤਾਨੀਆ ਆਉਣਾ ਜਾਣਾ ਹੈ। ਉੱਥੇ ਵੀ ਗੁਰਦੁਆਰਿਆਂ 'ਚ ਮੈਂ ਲੰਡਨ ਦੇ ਗੁਰਦੁਆਰੇ ਕੈਂਟ 'ਚ ਜਾਣਾ, ਫਿਰ ਅਮਰੀਕਾ ਦੇ ਵਿੱਚ ਵੀ ਜਾਈਦਾ। ਤੋ ਸਾਨੂੰ ਸਰਕਾਰਾਂ ਨਾਲ ਕੋਈ ਗਰਜ਼ ਨਹੀਂ ਹੈ। ਮਜਬੂਰੀ ਹੈ ਸਾਡੀ, ਅਸੀਂ ਪੋਲੀਟਿਕਸ ਵਿੱਚ ਹੋਣਾ ਪੈਂਦਾ, ਲੇਕਿਨ ਸਿੱਖੀਜ਼ਮ ਨਾਲ ਸਾਡਾ ਜਿਹੜਾ ਪਿਆਰ ਮੁਹੱਬਤ ਹੈ ਉਹ ਇਸ ਚੀਜ਼ ਤੋਂ ਬਾਲਾਤਰ ਹੈ। ਔਰ ਅਸੀਂ ਉਹਨਾਂ ਨੂੰ ਚਾਹਾਂਗੇ ਕਿ ਇਹ ਪਿਆਰ ਮੁਹੱਬਤ ਜਿਹੜੀ ਹੈ ਵਧੇ। ਜਿਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਹੈ, ਇਸੇ ਤਰ੍ਹਾਂ ਵੀਜ਼ਾ ਜਿਹੜਾ ਹੈ ਆਸਾਨ ਹੋਣਾ ਚਾਹੀਦਾ। ਮੈਂ ਇੰਡੀਆ 2 ਦਫਾ ਗਿਆ। ਮੇਰੇ ਵਾਲਿਦ ਉਸ 1999 ਵਿੱਚ ਉਹ ਲੀਡਰ ਆਫ ਦੀ ਡੈਲੀਗੇਸ਼ਨ ਸਨ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ 300 ਸਾਲਾ ਜਸ਼ਨ ਸੀ, ਉੱਥੇ ਗਿਆ ਮੈਂ। ਆਈ ਵਾਜ਼ ਵੈਰੀ ਯੰਗ ਐਂਡ ਉੱਥੇ ਜਿਸ ਵੇਲੇ ਇੰਟਰਵਿਊ ਲਿਆ ਉਹਨਾਂ ਨੇ ਰਾਏ ਬੁਲਾਰ ਭੱਟੀ ਦੇ ਪੀੜ੍ਹੀ ਦੇ ਹਵਾਲੇ ਨਾਲ, ਅਤੇ ਮੇਰੇ ਵਾਲਿਦ ਤੋਂ ਉਹਨਾਂ ਨੇ ਜਾਂਦਿਆਂ ਨਾਲ ਬਾਰਡਰ ਅਸਾਂ ਬਾਏ ਫੁੱਟ ਕ੍ਰਾਸ ਕੀਤਾ ਸੀ। ਸਪੈਸ਼ਲ ਵੀਜ਼ਾ ਸੀ ਸਾਡੇ ਕੋਲ, ਕੇਂਦਰੀ ਸਰਕਾਰ ਨੇ ਸਾਨੂੰ 8 ਸ਼ਹਿਰਾਂ ਦਾ ਵੀਜ਼ਾ ਦਿੱਤਾ ਸੀ। ਉਸ ਵੇਲੇ ਬੜਾ ਉਹਨਾਂ ਦੀ ਕਿਰਪਾ ਹੈ, ਉਹਨਾਂ ਨੇ ਦਿੱਤਾ। ਅਤੇ ਉਹ ਜਿਹੜਾ ਪਹਿਲਾ ਉੱਥੇ ਇੰਟਰਨੈਸ਼ਨਲ ਮੀਡੀਆ ਵੀ ਸੀ, ਉਹਨਾਂ ਨੇ ਪਹਿਲਾ ਜਿਹੜਾ ਰਾਏ ਸਾਹਿਬ ਕੋਲ ਸਵਾਲ ਪੁੱਛਿਆ, ਉਹਨੇ ਕਿਹਾ ਰਾਏ ਸਾਹਿਬ ਹਾਊ ਡੂ ਯੂ ਫੀਲ ਟੂ ਕਮਿੰਗ ਟੂ ਇੰਡੀਆ? ਐਂਡ ਮਾਈ ਫਾਦਰ ਸੈਡ, ਮੈਂ ਅੱਜ ਆਪਣੇ, ਕਿਉਂਕਿ ਸਾਡਾ ਜਿਹੜਾ ਰਾਏ ਬੁਲਾਰ ਸਾਹਿਬ ਦੇ ਵਾਲਿਦ ਸਾਹਿਬ ਸਨ ਰਾਏ ਭੋਏ ਖਾਨ ਦੇ ਜਿਹੜੇ ਪੀੜ੍ਹੀ ਸੀ ਉਹ ਪਿੱਛੋਂ ਰਾਜਸਥਾਨ ਭਟਨੇਰ ਦੇ ਅਸੀਂ ਉੱਥੋਂ ਦੇ ਰਹਿਣ ਵਾਲੇ ਹਾਂ। ਅਤੇ ਮੇਰੇ ਵਾਲਿਦ ਨੇ ਜਾਂਦਿਆਂ ਨਾਲ ਜਿਸ ਵਾਹਗਾ ਬਾਰਡਰ ਕ੍ਰਾਸ ਕੀਤਾ, ਉਹਨਾਂ ਕਿਹਾ ਆਈ ਐਮ ਸੋ ਹੈਪੀ ਟੂ ਬੀ ਇਨ ਦ ਲੈਂਡ ਐਟ ਦ ਲੈਂਡ ਆਫ ਮਾਈ ਐਨਸੈਸਟਰਸ। ਅਤੇ ਅਸੀਂ ਜਿਹੜਾ ਦਿੱਤਾ ਸੀ, ਮੇਰੇ ਕੋਲ ਵੀ ਉਹਨਾਂ ਇੰਟਰਵਿਊ ਲਿਆ ਅਤੇ ਮੈਨੂੰ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਕੈਸਾ, ਆਈ ਵਾਜ਼ ਵੈਰੀ ਯੰਗ ਐਟ ਦੈਟ ਟਾਈਮ,
ਆਈ ਐਮ ਸਟਿਲ ਅ ਯੰਗ ਮੈਨ। ਉਹਨਾਂ ਨੇ ਗੱਲ ਕੀਤੀ, ਉਹਨਾਂ ਨੇ ਕਿਹਾ ਜੀ, ਮੈਂ ਗੱਲ ਕੀਤੀ ਉੱਥੇ, ਮੈਂ ਕਿਹਾ ਜੀ ਮੈਨੂੰ, ਉਹਨਾਂ ਕਿਹਾ ਜੀ ਕੈਸਾ ਲੱਗਾ ਤੁਹਾਨੂੰ ਇੰਡੀਆ 'ਚ, ਕੀ ਤੁਹਾਨੂੰ ਨਵੀਂ ਚੀਜ਼ ਲੱਗੀ? ਤੇ ਆਈ ਸੈਡ ਕਿ ਜਿਹੜਾ ਇੰਡੀਅਨ ਕੁੜੀਆਂ ਨੇ ਪੰਜਾਬ ਦੀਆਂ ਮੋਟਰਸਾਈਕਲ ਚਲਾ ਰਹੀਆਂ ਨੇ, ਮੈਨੂੰ ਬੜਾ ਫੈਸੀਨੇਟ ਕੀਤਾ ਹੈ। ਆਈ ਐਮ ਸੋ ਹੈਪੀ ਟੂ ਸੀ ਦੈਮ। ਹੁਣ ਸਾਡੇ ਇੱਥੇ ਨਨਕਾਣੇ 'ਚ ਵੀ ਕੁੜੀਆਂ ਮੋਟਰਸਾਈਕਲ ਚਲਾਉਂਦੀਆਂ ਨੇ, ਤੇ ਇਹ ਚੀਜ਼ਾਂ ਸਾਨੂੰ ਬੜੀਆਂ ਇੱਕ ਪਿਆਰੀਆਂ। ਜਿਹੜੀਆਂ ਗੁਰੂ ਘਰ ਨੇ ਇੱਥੇ, ਉਹਨਾਂ ਨਾਲ ਮੋਟੇ ਮੋੜ ਤੇ ਜੇ ਸੰਗਤ ਜਾਣਨਾ ਚਾਹਵੇ ਕੀ ਇਤਿਹਾਸ ਜੁੜਿਆ, ਜਿਵੇਂ ਗੁਰਦੁਆਰਾ ਸਾਹਿਬ ਨੂੰ ਬਹੁਤ ਸਾਰੀ ਜ਼ਮੀਨ ਉਹਨਾਂ ਦੇ ਨਾਮ ਆ, ਜਾਂ ਗੁਰੂ ਨਾਨਕ ਦੇਵ ਜੀ ਨੂੰ ਉਸ ਸਮੇਂ ਰਾਏ ਬੁਲਾਰ ਜੀ ਨੇ ਕਾਫੀ ਮੁਰੱਬਿਆਂ 'ਚ ਜ਼ਮੀਨ ਦਿੱਤੀ ਸੀ, ਕੀ ਘਟਨਾ ਸੀ ਉਹ? ਉਹਦਾ ਇਹ ਸੀ ਜੀ ਕਿ ਰਾਏ ਬੁਲਾਰ ਸਾਹਿਬ ਦੀ ਸਾਡੇ ਬਜ਼ੁਰਗਾਂ ਦੀ ਦੁਆ ਨਾਲ, ਬਾਬਾ 9 ਲੱਖ ਹਜ਼ਾਰੀ ਦੀ ਦੁਆ ਨਾਲ ਬਾਬਾ ਗੁਰੂ ਨਾਨਕ ਪੈਦਾ ਹੋਏ, ਤੇ ਜਿਸ ਵੇਲੇ ਉਹਨਾਂ ਨੇ ਪੈਦਾ ਹੋ ਕੇ ਉਸ ਬੱਚੇ ਦੀ, ਉਹਨਾਂ ਦੀਆਂ ਅਲਾਮਾਤ ਜਾਂ ਉਹਨਾਂ ਦੀ ਨਿਸ਼ਾਨੀਆਂ ਦੇਖੀਆਂ, ਤੇ ਉਹਨਾਂ ਨੇ ਕਿਹਾ ਕਿ ਇਹ ਬਹੁਤ ਵਲੀ ਅੱਲਾ ਦਾ ਇਹ ਹੈ ਔਰ ਇਹ ਅੱਲਾ ਦਾ ਨੇਕ ਬੰਦਾ ਹੈ, ਤੇ ਉਹਨਾਂ ਨੇ ਉਹਨਾਂ ਨੂੰ ਪਿਆਰ ਕੀਤਾ ਔਰ ਆਪਣੀ ਜਿਹੜੀ 1500 ਮੁਰੱਬਾ ਜ਼ਮੀਨ ਵਿੱਚੋਂ 750 ਮੁਰੱਬਾ ਜ਼ਮੀਨ, ਯਾਨੀ 18,750 ਏਕੜ ਜ਼ਮੀਨ ਜਿਹੜੀ ਸੀ ਉਹ ਬਾਬਾ ਜੀ ਦੇ ਨਾਮ ਕਰ ਦਿੱਤੀ। ਔਰ ਅੱਜ ਵੀ ਉਹ ਜਿਹੜੀ ਜ਼ਮੀਨ ਹੈ ਉਹ ਸਾਡੀ ਅਵੈਕਿਊ ਟਰਸਟ ਪ੍ਰਾਪਰਟੀ ਬੋਰਡ ਉਹਨੂੰ ਲੁੱਕ ਆਫਟਰ ਕਰਦਾ ਹੈ। ਸਿੰਸ 1965 ਤੱਕ ਉਹਦਾ ਲੁੱਕ ਆਫਟਰ ਅਸੀਂ ਭੱਟੀ ਖਾਨਦਾਨ ਕਰਦੇ ਸੀ, ਔਰ ਜਿਹੜੀ ਸੰਗਤਾਂ ਆਉਂਦੀਆਂ ਸਨ ਅਸੀਂ ਉਹਨਾਂ ਨੂੰ ਸਾਰਾ ਉਹਨਾਂ ਦਾ ਖਾਣ ਪੀਣ, ਰਿਹਾਇਸ਼ ਦਾ ਇੰਤਜ਼ਾਮ ਅਸੀਂ ਕਰਦੇ ਸੀ। ਫਿਰ 1965 ਵਿੱਚ ਫੈਡਰਲ ਗਵਰਨਮੈਂਟ ਜਿਹੜੀ ਉਸ ਵੇਲੇ ਅਯੂਬ ਖਾਨ ਦੀ ਗਵਰਨਮੈਂਟ ਸੀ, ਤੇ ਆਈ ਵਾਸ ਨਾਟ ਬੋਰਨ ਦੇਅਰ, ਤੇ ਉਹਨਾਂ ਨੇ ਉਸ ਉਹ ਇਹ ਅਵੈਕਿਊ ਟਰਸਟ ਪ੍ਰਾਪਰਟੀ ਬੋਰਡ ਦਾ ਅਦਾਰਾ ਬਣਾਇਆ, ਔਰ ਹੁਣ ਇਹ ਬਹੁਤ ਅੱਛਾ ਅਦਾਰਾ ਹੈ ਔਰ ਇਹ ਬੜੀ ਲੁੱਕ ਆਫਟਰ ਕਰਦਾ ਹੈ ਛੋਟੀ ਸੰਗਤਾਂ ਨੂੰ ਜਿਸ ਤਰ੍ਹਾਂ ਦੇ ਹੋ ਤੁਸੀਂ। ਤੁਸੀਂ ਨਨਕਾਣਾ ਸਾਹਿਬ ਦੇ ਨਾਮ ਦੀ ਵੀ ਗੱਲ ਕੀਤੀ ਸੀ, ਵੀ ਉਹ ਨਾਮ ਕਿਵੇਂ ਪਿਆ ਹੈ? ਉਹ ਨਾਮ ਇਸ ਤਰ੍ਹਾਂ ਪਿਆ ਜੀ ਕਿ ਰਾਏ ਬੁਲਾਰ ਸਾਹਿਬ ਜਿਸ ਵੇਲੇ ਉਹਨਾਂ ਨੇ ਬਾਬਾ ਜੀ ਨਾਲ ਪਿਆਰ ਸੀ, ਔਰ ਫਿਰ ਬਾਅਦ ਵਿੱਚ ਬਾਬਾ ਜੀ 18 ਸਾਲ ਸੁਲਤਾਨਪੁਰ ਲੋਧੀ ਚਲੇ ਗਏ, ਤੇ ਰਾਏ ਬੁਲਾਰ ਸਾਹਿਬ ਉਸ ਏਜ ਥੋੜ੍ਹਾ ਜਿਹਾ ਉਮਰ ਜ਼ਿਆਦਾ ਹੋ ਗਈ, ਤੇ ਉਹ ਪਰੇਸ਼ਾਨ ਹੁੰਦੇ ਸਨ ਕਿ ਬਾਬਾ ਨਾਨਕ ਮੇਰੇ ਕੋਲ ਨਹੀਂ ਹੈਗੇ, ਤੇ ਇਹਦਾ ਨਾਮ ਜਿਹੜਾ ਸੀ ਅੱਜ ਕੱਲ੍ਹ ਦੇ ਨਨਕਾਣਾ ਸਾਹਿਬ ਦਾ, ਇਹ ਰਾਏ ਬੁਲਾਰ ਭੱਟੀ ਸਾਹਿਬ ਦੇ ਵਾਲਿਦ ਰਾਏ ਭੋਏ ਦੀ ਤਲਵੰਡੀ ਮਸ਼ਹੂਰ ਸੀ। ਰਾਏ ਭੋਏ ਸਾਹਿਬ ਰਾਏ ਬੁਲਾਰ ਭੱਟੀ ਸਾਹਿਬ ਦੇ ਵਾਲਿਦ ਸਨ, ਤੇ ਇਹਨੂੰ ਰਾਏ ਭੋਏ ਦੀ ਤਲਵੰਡੀ ਕਹਿੰਦੇ ਸਨ। ਬਾਬਾ ਜੀ ਰਾਏ ਬੁਲਾਰ ਸਾਹਿਬ ਨੇ ਬਾਰ-ਬਾਰ ਕਹਿਣਾ ਕਿ ਨਾਨਕ ਆ, ਨਾਨਕ ਆ, ਤੇ ਫਿਰ ਜਿਸ ਵੇਲੇ ਨਾਨਕ ਆ ਗਏ ਤੇ ਉਹ ਫਿਰ ਨਾਮ ਇੰਨਾ ਪਿਆਰ ਹੋ ਗਿਆ ਕਿ ਇਹਦਾ ਨਾਮ ਜਿਹੜਾ ਸੀ ਉਹ ਨਨਕਾਣਾ ਸਾਹਿਬ ਇਹਦਾ ਬਣ ਗਿਆ ਜੀ। ਜਿਹੜਾ ਇਤਿਹਾਸ ਆਮ ਤੌਰ ਤੇ ਸੰਗਤਾਂ ਨੂੰ ਸੁਣਾਇਆ ਜਾਂਦਾ, ਕਿਉਂਕਿ ਤੁਸੀਂ ਉਸ ਖਾਨਦਾਨ ਚੋਂ ਬਿਹਤਰ ਜਾਣਦੇ ਹੋ, ਲੱਗਦਾ ਵੀ ਉਸ 'ਚ ਸੈਟੀਸਫਾਈਡ ਹੋ ਤੁਸੀਂ? ਬਿਲਕੁਲ ਨਹੀਂ ਜੀ, ਅਸੀਂ ਚਾਹਾਂਗੇ ਕਿ ਸਾਡਾ ਇੰਟਰੈਕਸ਼ਨ ਸਿੱਖੀਜ਼ਮ ਨਾਲ ਬਹੁਤ ਜ਼ਿਆਦਾ ਹੋਵੇ। ਸਾਡਾ ਇੱਥੇ ਜਿਹੜਾ ਸਾਨੂੰ, ਅਸੀਂ ਇਹ ਮੇਰੀ ਪਰਸਨਲ ਕਾਵਿਸ਼ਾਂ ਨੇ, ਔਰ ਮੈਨੂੰ since I am a student of law, political science and history, so international history ਜਿਹੜੀ ਹੈ ਮੈਨੂੰ ਅਮਰੀਕਾ ਦੀ, ਇੰਡੀਆ ਦੀ, ਇਸਲਾਮਿਕ ਹਿਸਟਰੀ, ਇੰਡੀਅਨ ਪੰਜਾਬ, ਪਾਕਿਸਤਾਨੀ ਪੰਜਾਬ, ਸਾਨੂੰ ਇਹਨਾਂ ਦੀ ਬੜਾ ਸ਼ੌਕ ਹੈ ਮੈਨੂੰ, ਤੇ ਮੇਰੀ ਪਰਸਨਲ ਜਿਹੜਾ ਹੈ ਇਹ ਉਹਦੇ ਨਾਤੇ ਨਾਲ ਮੈਂ ਇੱਥੇ ਆਉਣਾ, ਔਰ ਮੈਂ ਚਾਹਾਂਗਾ ਕਿ ਹੁਣ ਇੱਥੇ ਰਾਏ ਬੁਲਾਰ ਭੱਟੀ ਦੇ ਨਾਮ ਨਾਲ ਇੱਕ ਜਿਹੜਾ ਹੈ ਇੱਥੇ ਸੀਟ, ਇੱਥੇ ਯੂਨੀਵਰਸਿਟੀ ਦੇ ਵਿੱਚ ਇੱਕ ਅਵਾਰਡ ਜਿਹੜਾ ਹੈ, ਮੈਂ ਐਚੀਸਨ ਕਾਲਜ ਦਾ ਪੜ੍ਹਿਆ, ਤੇ ਉੱਥੇ ਸਰ ਸ਼ਾਹ ਨਵਾਜ਼ ਭੁੱਟੋ ਚੈਲੰਜ ਕੱਪ ਹੁੰਦਾ ਹੈ। ਇਸੇ ਤਰ੍ਹਾਂ ਹੁਣ ਜਿਹੜੀ ਯੂਨੀਵਰਸਿਟੀ ਹੈ ਰਾਏ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ, ਉਹਦੇ ਵਿੱਚ ਇੱਕ ਅਵਾਰਡ ਜਿਹੜਾ ਹੈ ਉਹ ਰਾਏ ਬੁਲਾਰ ਭੱਟੀ ਅਵਾਰਡ ਜਿਹੜਾ ਹੈ, ਰਾਏ ਬੁਲਾਰ ਭੱਟੀ ਚੈਲੰਜ ਕੱਪ ਹੋਣਾ ਚਾਹੀਦਾ। ਉਹ ਜਿਹੜਾ ਵੀ ਮੁੰਡਾ ਜਾਂ ਕੁੜੀ ਉਹ ਟੌਪ ਦਾ ਉੱਥੇ ਆਏ, ਉਹਨੂੰ ਰਾਏ ਬੁਲਾਰ ਭੱਟੀ ਚੈਲੰਜ ਕੱਪ ਜਿਹੜਾ ਹੈ ਉਹ ਉਹਨੂੰ ਦਿੱਤਾ ਜਾਏ। ਇਸ ਤਰ੍ਹਾਂ ਰਾਏ ਬੁਲਾਰ ਭੱਟੀ ਦਾ ਨਾਮ ਤੇ ਬਾਬਾ ਗੁਰੂ ਨਾਨਕ ਦਾ ਨਾਮ ਜਿਹੜਾ ਹੈ ਉਹ ਇੰਟਰਲਿੰਕਡ ਹੈ, ਔਰ ਉਹ ਹਮੇਸ਼ਾ ਕਾਇਮ ਰਹੇਗਾ। ਔਰ ਮੇਰੀ ਦੁਆ, ਨਨਕਾਣਾ ਸਾਹਿਬ ਐਸੀ ਪਵਿੱਤਰ ਧਰਤੀ ਹੈ ਕਿ ਇੱਥੇ ਜਿੰਨੀ ਦੇਰ ਤੱਕ ਇਹ ਦੁਨੀਆ ਕਾਇਮ ਹੈ, ਇਹ ਰਾਏ ਬੁਲਾਰ ਭੱਟੀ ਦਾ ਨਾਮ ਔਰ ਬਾਬਾ ਗੁਰੂ ਨਾਨਕ ਦਾ ਨਾਮ ਹਮੇਸ਼ਾ ਵੱਜਦਾ ਰਹੇਗਾ। ਅੱਲਾਹ ਤਾਲਾ ਮੇਰੀ ਦੁਆ ਹੈ ਕਿ ਇਹ ਹਮੇਸ਼ਾ ਕਾਇਮ ਰਹੇ। ਆਮ ਤੌਰ ਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਪਾਕਿਸਤਾਨ ਵਿੱਚ ਨਹੀਂ ਆਉਣਾ ਚਾਹੁੰਦੀ, ਉਹਦਾ ਕਾਰਨ ਇਹ ਆ ਵੀ ਕਹਿੰਦੇ ਜੇ ਪਾਕਿਸਤਾਨ ਦਾ ਵੀਜ਼ਾ ਲੱਗ ਜੇ ਤੇ ਹੋਰ ਕਿਸੇ ਕੰਟਰੀ ਦਾ ਵੀਜ਼ੇ 'ਚ ਪ੍ਰੋਬਲਮ ਆਉਂਦੀ ਹੈ, ਇਹ ਪ੍ਰਚਾਰਿਆ ਜਾ ਰਿਹਾ ਹੈ, ਕਿੰਨੀ ਕੁ ਸੱਚਾਈ ਹੈ? ਸਰ ਬਿਲਕੁਲ, ਪਾਕਿਸਤਾਨ ਇੱਕ ਬੜਾ ਰਿਸਪੌਂਸਿਬਲ ਸਟੇਟ ਹੈ। ਮੈਂ ਬਲਕਿ ਇੰਡੀਆ ਵੀ ਗਿਆ, ਔਰ ਮੇਰਾ ਤਾਂ ਵੀਜ਼ਾ ਹਮੇਸ਼ਾ ਬੀਇੰਗ ਆ ਪਾਕਿਸਤਾਨੀ ਨੈਸ਼ਨਲ, ਮੇਰਾ ਤਾਂ ਕਦੀ ਰਿਫਿਊਜ਼ ਨਹੀਂ ਹੋਇਆ, ਔਰ ਮੇਰਾ ਇੰਡੀਅਨ ਵੀਜ਼ਾ ਵੀ ਕਦੀ ਰਿਫਿਊਜ਼ ਨਹੀਂ ਹੋਇਆ, ਕਿਉਂਕਿ ਮੈਂ ਇੰਡੀਅਨ ਸਰਕਾਰ ਦੇ ਮੁਤਲਕ ਵੀ ਕਦੀ ਕੁਛ ਗੱਲ ਨਹੀਂ ਕੀਤੀ। ਹਮੇਸ਼ਾ ਜਿੰਨੀ ਦਫਾ ਅਪਲਾਈ ਮੈਨੂੰ ਸਰਦਾਰ ਸਾਹਿਬਾਨ ਕਹਿੰਦੇ ਨੇ ਕਿ ਜੀ ਤੁਸੀਂ ਆਓ, ਤੇ ਮੈਂ ਉਹਨਾਂ ਨੂੰ ਕਹਿੰਦਾ ਕਿ ਮੈਂ 2 ਦਫਾ ਇੰਡੀਆ ਗਿਆ ਤੇ ਮੈਨੂੰ ਵੀਜ਼ਾ ਉਧਰੋਂ ਦੀ ਸਰਕਾਰਾਂ ਨੇ ਭੇਜਿਆ ਹੈ। ਹੁਣ ਵੀ ਜਿਹੜਾ ਕੋਈ ਵੱਡਾ ਈਵੈਂਟ ਉੱਥੇ ਆਏ, ਪਿਛਲੇ 2 ਸਾਲ ਪਹਿਲੇ
ਗੋਲਡਨ ਟੈਂਪਲ ਵਿੱਚ ਰਾਏ ਬੁਲਾਰ ਭੱਟੀ ਸਾਹਿਬ ਦਾ ਪੋਰਟਰੇਟ ਲੱਗਣਾ ਸੀ ਤੇ ਮੈਨੂੰ ਸਤਨਾਮ ਸਿੰਘ ਮਾਨਕ ਸਾਹਿਬ ਨੇ ਕਿਹਾ ਕਿ ਤੁਸੀਂ ਆਣਾ ਹੈ ਤੇ ਮੈਂ ਉਹਨਾਂ ਨੂੰ ਕਿਹਾ ਜੀ ਕਿ ਸਰਦਾਰ ਸਾਹਿਬ ਪਹਿਲੇ ਮੇਰਾ ਵੀਜ਼ਾ ਉੱਥੋਂ ਭਿਜਵਾਓ ਤੇ ਫਿਰ ਆਵਾਂਗਾ। ਉਹ ਪਤਾ ਨਹੀਂ ਕੀ ਕਾਰਨ ਹੋਇਆ ਕਿ ਮੈਨੂੰ ਉਹਨਾਂ ਨੇ ਨਾ ਬੁਲਾ ਸਕੇ। ਮੈਂ ਚਾਹਾਂਗਾ ਕਿ ਗੋਲਡਨ ਟੈਂਪਲ ਮੈਂ 2 ਦਫਾ ਗਿਆ, ਮੈਂ ਹੁਣ ਚਾਹਾਂਗਾ ਕਿ ਰਾਏ ਬੁਲਾਰ ਭੱਟੀ ਸਾਹਿਬ ਦੀ ਜਿਹੜੀ ਤਸਵੀਰ ਹੈ ਉੱਥੇ ਲੱਗੀ ਹੈ, ਮੈਂ ਆਪਣੀਆਂ ਅੱਖਾਂ ਨਾਲ ਵੇਖਾਂ ਤੇ ਮੈਨੂੰ ਬੁਲਵਾਓ ਤੁਸੀਂ। ਉਹਦੇ ਇੰਡੀਅਨ ਗਵਰਨਮੈਂਟ ਨੂੰ ਮੇਰਾ ਮੈਸੇਜ ਹੈ ਨੂੰ ਬੁਲਵਾਓ ਔਰ ਮੈਂ ਐਜ਼ ਆ ਅੰਬੈਸਡਰ ਫਰੈਂਡਸ਼ਿਪ ਉੱਥੇ ਆਵਾਂਗਾ। ਹਿੰਦੂ ਮੁਸਲਮਾਨ ਸਿੱਖ ਭਾਈਚਾਰੇ ਦਾ ਉੱਥੇ ਪਿਆਰ ਲੈ ਕੇ ਆਵਾਂਗਾ ਔਰ ਉੱਥੇ ਬੜੀ ਸ਼ੁਭ ਕਾਮਨਾਵਾਂ ਲੈ ਕੇ ਆਵਾਂਗਾ। ਅੱਜ ਕਿਸ ਲਈ ਪਹੁੰਚੇ ਸੀ ਤੁਸੀਂ? ਕਿਸੇ ਨੇ ਬੁਲਾਇਆ ਸੀ, ਮਿਲਣ ਆਏ ਸੀ, ਕੀ ਕਾਰਨ ਸੀ? 1999 ਹੈ ਜੀ, ਗੁਰੂ ਗੋਬਿੰਦ ਸਿੰਘ ਦਾ 300 ਸਾਲਾ ਜਸ਼ਨ ਸੀ ਤੇ ਸਾਨੂੰ ਉੱਥੇ ਇੱਕ ਕਾਂਗਰਸ ਸਰਕਾਰ ਨੇ ਵੀ ਬੁਲਾਇਆ ਸੀ ਔਰ ਉਸ ਵਕਤ ਦੀ ਬੀਜੇਪੀ ਸਰਕਾਰ ਨੇ ਵੀ ਸਾਨੂੰ ਬੁਲਾਇਆ ਸੀ ਤੇ ਦੋਨੋਂ ਫੰਕਸ਼ਨ ਤੇ ਮੇਰੇ ਵਾਲਿਦ ਸਾਹਿਬ ਤੇ ਮੈਂ ਗਿਆ ਸੀ। ਫਿਰ 2007 ਵਿੱਚ ਮੇਰੇ ਵਾਲਿਦ ਸਾਹਿਬ ਦੀ ਡੈਥ ਹੋ ਗਈ ਸੀ ਤੇ ਉਸ ਵੇਲੇ ਫਿਰੋਜ਼ਪੁਰ ਵਿੱਚ ਇੱਕ ਜਿਹੜਾ ਉੱਥੇ ਕੋਈ ਕੱਪ ਸੀ, ਉੱਥੇ ਸੈਮੀਨਾਰ ਸੀ, ਉਹਨੂੰ ਅਟੈਂਡ ਕਰਨ ਮੇਰਾ ਛੋਟਾ ਭਾਈ ਵੀ ਗਿਆ ਸੀ ਮੇਰੇ ਨਾਲ ਤੇ ਉਹ 2 ਦਫਾ ਗਿਆ। ਹੁਣ 2007 ਮੇਰਾ ਖਿਆਲ ਹੈ ਕਿ 16 ਸਾਲ ਹੋ ਗਿਆ ਜੀ ਤੇ ਬੜਾ ਲੰਮਾ ਪੀਰੀਅਡ ਹੈ ਜੀ। ਦਿਲ ਕਰਦਾ ਹੈ ਉੱਥੇ ਜਾਣ ਦੇ। ਹੁਣ ਤਾਂ ਮੈਂ ਦਿੱਲੀ ਵੀ ਵੇਖਿਆ, ਮੈਂ ਬੰਬੇ ਦੇਖਿਆ, ਮੈਂ ਉੱਥੋਂ ਦੇ ਜਿਹੜੇ ਕੈਰੋਂ ਫੈਮਿਲੀ ਦਾ ਬੜਾ ਮਸ਼ਕੂਰ ਹਾਂ ਕਿ ਜਿਨ੍ਹਾਂ ਨੇ ਉਹਨਾਂ ਨੇ ਬੜੀ ਮੇਰੀ ਖਿਦਮਤ ਕੀਤੀ, ਮੈਨੂੰ ਉਹਨਾਂ ਨੇ ਗੱਡੀ ਦਿੱਤੀ ਔਰ ਸਰਦਾਰ ਗੁਰਵਿੰਦਰ ਸਿੰਘ ਦੇ ਬੱਚਿਆਂ ਨੇ ਮੇਰੇ ਨਾਲ ਬੜਾ ਲੁੱਕ ਆਫਟਰ ਕੀਤਾ। ਆਈ ਐਮ ਸੋ ਗ੍ਰੇਟਫੁਲ ਟੂ ਦੈਮ ਜੀ। ਅੱਜ ਸਿੰਘ ਸਾਹਿਬ ਤੁਹਾਨੂੰ ਬੁੱਕਸ ਦੇਣ ਆਏ ਸੀ, ਕੀ ਮੰਗਵਾਈਆਂ ਸੀ ਤੁਸੀਂ? ਹਾਂਜੀ, ਮੈਂ ਉਹਨਾਂ ਨੂੰ ਕਿਹਾ ਸੀ ਜੀ ਕਿ ਮੈਨੂੰ ਕੋਈ ਬੁੱਕਸ ਮੈਨੂੰ ਲੈ ਕੇ ਆਓ ਜੀ ਔਰ ਉਹਨਾਂ ਨੇ ਜਿਹੜੀਆਂ ਬੁੱਕਸ ਲੈ ਕੇ ਆਏ ਨੇ ਜੀ, ਗੁਰੂ ਨਾਨਕ ਟਰੈਵਲ ਟੂ ਵਰਲਡ ਔਰ ਸਿੱਖੀਜ਼ਮ, ਔਰ ਉਹ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਾਂਗਾ। ਸਰਦਾਰ ਸਾਹਿਬ ਮੇਰੇ ਨਾਲ ਖਲੋਤੇ ਨੇ। ਸਰਦਾਰ ਜੀ, ਆਈ ਐਮ ਸੋ ਗ੍ਰੇਟਫੁਲ ਟੂ ਯੂ ਕਿ ਤੁਸੀਂ ਲੈ ਕੇ ਆਏ ਹੋ ਮੇਰੇ ਲਈ ਔਰ ਹਮੇਸ਼ਾ ਜਿਸ ਵੇਲੇ ਆਓ ਅੰਗਰੇਜ਼ੀ ਵਿੱਚ ਕਿਤਾਬਾਂ ਲੈ ਕੇ ਆਇਆ ਕਰੋ। ਮੈਨੂੰ ਬੜਾ ਸ਼ੌਕ ਹੈ ਸਿੱਖੀਜ਼ਮ ਦੇ ਮੁਤਲਕ ਪੜ੍ਹਨ ਦਾ ਔਰ ਇੰਡੀਅਨ ਪੋਲੀਟਿਕਸ ਔਰ ਇੰਡੀਅਨ ਹਿਸਟਰੀ ਦਾ, ਮੈਨੂੰ ਬੜਾ ਸ਼ੌਕ ਹੈ ਜੀ। ਸਿੱਖ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜੀਆਂ ਇੱਥੇ ਪਹੁੰਚੀਆਂ ਨੇ? ਮੈਂ ਤੁਹਾਨੂੰ ਇਹ ਕਹਿਣਾ ਜੀ, ਪਾਕਿਸਤਾਨ ਬੜਾ ਪੀਸਫੁਲ ਮੁਲਕ ਹੈ, ਤੁਹਾਡੇ ਨਾਲ ਬੜਾ ਪਿਆਰ ਕਰਦਾ ਹੈ। ਅਗਲੀ ਦਫਾ ਜਿਸ ਵੇਲੇ ਤੁਸੀਂ ਆਓਗੇ, ਹੁਣ ਇਨਸ਼ਾਅੱਲਾ ਨਵੰਬਰ ਵਿੱਚ ਆਓਗੇ, ਉਸ ਵੇਲੇ ਠੰਡ ਵੀ ਹੋਏਗੀ, ਹੁਣ ਵੀ ਮੌਸਮ ਠੀਕ ਹੈ ਤੇ ਅਸੀਂ ਤੁਹਾਨੂੰ ਵੈਲਕਮ ਕਰਾਂਗੇ ਔਰ ਇਹ ਡੋਰ ਸਾਡੇ ਹਮੇਸ਼ਾ ਸਾਡੇ ਦਿਲ ਜਿਹੜੇ ਨੇ ਹਮੇਸ਼ਾ ਖੁੱਲ੍ਹੇ ਨੇ ਔਰ ਤੁਹਾਡਾ ਅਸੀਂ ਖੁੱਲ੍ਹੇ ਦਿਲ ਨਾਲ ਖੁੱਲ੍ਹੇ ਹੱਥਾਂ ਦੇ ਦਿਲ ਨਾਲ ਤੁਹਾਡਾ ਵੈਲਕਮ ਕਰਾਂਗੇ। ਆਲਵੇਜ਼ ਯੂ ਆਰ ਆਲਵੇਜ਼ ਵੈਲਕਮ। ਥੈਂਕ ਯੂ ਜੀ। ਸਿੰਘ ਸਾਹਿਬ ਨੇ ਸਾਡੇ ਨਾਲ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਬੁੱਕਸ ਕਿਤਾਬਾਂ ਲੈ ਕੇ ਪਹੁੰਚੇ ਨੇ ਤੇ ਰਾਏ ਬੁਲਾਰ ਸਾਹਿਬ ਦੇ ਜਿਹੜੇ ਪਰਿਵਾਰ ਚੋਂ ਨੇ ਉਹਨਾਂ ਨੂੰ ਦੇਣ ਆਏ ਨੇ। ਕੀ ਆ ਸਿੰਘ ਸਾਹਿਬ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਜਸਵਿੰਦਰ ਸਿੰਘ ਕਾਮਾ, ਨਵਾਂ ਸ਼ਹਿਰ ਕਲਗੀਧਰ ਸਾਹਿਬ ਦਾ ਕੰਮ ਹੈ। ਵੱਲੋਂ ਅਸੀਂ ਸਾਲ ਦੇ ਵਿੱਚ 3 ਜਥੇ ਅਸੀਂ ਇੱਥੇ ਨਨਕਾਣਾ ਸਾਹਿਬ ਪਾਕਿਸਤਾਨ ਦੇ ਗੁਰਧਾਮਾਂ ਦੇ ਯਾਤਰਾ ਕਰਨ ਵਾਲੇ ਜਥੇ ਭੇਜਦੇ ਹਾਂ ਤੇ ਐਤਕੀ ਅਸੀਂ ਆਪਣੀ ਮਨਜ਼ੂਰੀ ਲੈਣ ਵਾਸਤੇ ਵੀ ਇੱਥੇ ਇਹਨਾਂ ਨੂੰ ਅਪੀਲ ਕੀਤੀ ਹੈ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਇਹ ਰਾਏ ਸਾਹਿਬ ਮੇਰੇ 2002 ਤੋਂ ਮਿੱਤਰ ਬਣੇ ਨੇ ਤੇ ਉਸ ਵੇਲੇ ਅਸੀਂ ਪਹਿਲੀ ਵਾਰ ਮਿਲੇ ਤੇ ਸਾਨੂੰ ਇਹਨੀ ਨਨਕਾਣਾ ਸਾਹਿਬ ਔਰ ਲਾਹੌਰ ਦੇ ਸਾਨੂੰ ਬਹੁਤ ਸਾਰੇ ਗੁਰਦੁਆਰੇ, ਸਾਈਂ ਮੀਰ ਜੀ ਦਾ ਸਥਾਨ, ਬਾਬਾ ਫਰੀਦ ਦਾ ਜੀ ਦਾ ਸਥਾਨ, ਔਰ ਸਾਨੂੰ ਸਾਰੇ ਇਹਨੀ ਘੁੰਮਾਇਆ ਤੇ ਉਸ ਵੇਲੇ ਤੋਂ ਬਾਅਦ ਅਸੀਂ ਬਹੁਤ ਪਹਿਲਾਂ ਵੀ ਮਿਲੇ ਤੇ ਹੁਣ ਪਿਛਲੇ ਸਾਲ ਵੀ ਅਸੀਂ 21 'ਚ ਆਏ ਸੀ, ਉਦੋਂ ਸਾਨੂੰ ਨਹੀਂ ਮਿਲੇ ਤੇ ਹੁਣ ਅਸੀਂ ਆਉਣ ਤੋਂ ਪਹਿਲਾਂ 10 ਦਿਨ ਫੋਨ ਕਰਤਾ ਸੀ ਆ ਰਹੇ ਹਾਂ ਜੀ ਤੁਹਾਨੂੰ ਮਿਲਣ ਵਾਸਤੇ। ਇਹਨੇ ਕਹਿਣਾ ਜੀ ਬਹੁਤ ਵੈਲਕਮ, ਜ਼ਰੂਰ ਆਓ ਤੇ ਅਸੀਂ ਜਾਂ ਇੱਥੇ ਆਏ, ਇਹਨਾਂ ਨੂੰ ਅਸੀਂ ਫੋਨ ਕੀਤਾ ਸਵੇਰੇ 6 ਵਜੇ, ਇਹ 6:30 ਵਜੇ ਸਾਡੇ ਕੋਲ ਇੱਥੇ ਪਹੁੰਚ ਗਏ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਪਾਕਿਸਤਾਨ ਕਮੇਟੀ ਦਾ ਵੀ ਤੇ ਭਾਰਤ ਸਰਕਾਰ ਦਾ ਵੀ ਤੇ ਪਾਕਿਸਤਾਨ ਸਰਕਾਰ ਦਾ ਵੀ, ਜਿਨ੍ਹਾਂ ਨੇ ਸਾਨੂੰ ਵੀਜ਼ੇ ਦੇ ਕੇ ਇੱਥੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਇਹ ਸਨ ਸਿੰਘ ਸਾਹਿਬ ਜਿਹੜੇ ਰਾਏ ਬੁਲਾਰ ਦੇ ਜਿਹੜੀ 17ਵੀਂ ਪੀੜ੍ਹੀ 'ਚੋਂ ਉਹਨਾਂ ਵਾਸਤੇ ਕਿਤਾਬਾਂ ਲੈ ਕੇ ਆਏ ਤੇ ਰਾਏ ਪਰਿਵਾਰ ਦੇ ਜਿਹੜੇ 17ਵੀਂ ਪੀੜ੍ਹੀ 'ਚ ਨੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਜਿਹੜੀਆਂ ਘਟਨਾਵਾਂ ਸੀ, ਕਿਉਂਕਿ ਉਹ ਪਰਿਵਾਰ 'ਚੋਂ ਨੇ ਤੇ ਪਰਿਵਾਰ 'ਚੋਂ ਜਿਹੜੀਆਂ ਘਟਨਾਵਾਂ ਦੇ ਬਾਰੇ ਵੱਧ ਜਾਣਕਾਰੀ ਮਿਲਦੀ ਹੈ। ਲਿਖਣ 'ਚ ਕਈ ਵਾਰੀ ਕੋਈ ਨਾ ਕੋਈ ਹੇਰ ਫੇਰ ਹੋ ਜਾਂਦੀ ਆ ਤੇ ਇਸ ਕਰਕੇ ਅੱਜ ਉਹਨਾਂ ਨਾਲ ਗੱਲਬਾਤ ਕੀਤੀ ਹੈ, ਉਹਨਾਂ ਨੇ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਸਿੱਖ ਸੰਗਤਾਂ ਨੂੰ ਵੀ ਕਿਹਾ ਵੀ ਇੱਥੇ ਹੁਮ ਕੇ ਪਹੁੰਚਣਾ ਚਾਹੀਦਾ ਤੇ ਸਾਡੇ ਕੋਲੇ ਵੀ ਮੇਲ ਪ੍ਰਾਪ ਰੱਖਿਆ ਕਰੋ। ਦੂਸਰੇ ਪਾਸੇ ਉਹਨਾਂ ਨੇ ਸਰਕਾਰਾਂ ਤੇ ਵੀ ਥੋੜ੍ਹਾ ਇਤਰਾਜ਼ ਜਤਾਇਆ ਕਿ ਰਾਏ ਬੁਲਾਰ ਜੀ ਜਿਨ੍ਹਾਂ ਦੀ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਆ ਤੇ ਉਹਨਾਂ ਦਾ ਕਿਤੇ ਨਾ ਕਿਤੇ ਜਾਣਕਾਰੀ ਆਮ ਲੋਕਾਂ ਤੱਕ ਨਹੀਂ ਪਹੁੰਚਦੀ। ਉਹਨਾਂ ਨੇ ਕਿਹਾ ਵੀ ਉਹਨਾਂ ਤੱਕ ਜਾਣਕਾਰੀ ਪਹੁੰਚਾਉਣੀ ਚਾਹੀਦੀ ਆ। ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਪਾਕਿਸਤਾਨ ਤੋਂ ਰਿਸ਼ਪਾਲ ਸਿੰਘ।